ਕਿ ਸਵੇਰੇ 8 ਵਜੇ ਪੁਲਿਸ ਆਉਂਦੀ ਹੈ, ਮੈਨੂੰ ਕਰੋਰੀ ਅਰੈਸਟ ਕਰਕੇ ਲੈ ਜਾਂਦੀ ਹੈ। ਮੇਅਰ ਦੀ ਗੱਡੀ ਨੇ ਹਿੱਟ ਕਰਕੇ ਮੈਨੂੰ ਥੱਲੇ ਸਿੱਟਿਆ। ਮੇਰੀ ਡਿਊਟੀ ਸੀਗੀ ਜਲ ਸੇਵਾ ਦੀ ਤੇ ਸਫਾਈ ਦੀ। ਉਹ ਕਰਦਿਆਂ ਉਹਨਾਂ ਨੇ ਪਤਾ ਨਹੀਂ ਕੀ ਦੇਖ ਕੇ ਅਰੈਸਟ ਕੀਤਾ। ਰਾਤੀ 9 ਵਜੇ ਦੁਕਾਨ ਤੋਂ ਚੁੱਕਿਆ ਸੀ। ਅਸੀਂ ਕਾਲ ਦਿੱਤੀ ਸੀ ਕਿ ਜੇ ਸਾਡੇ ਬੰਦਿਆਂ ਨੂੰ ਨਹੀਂ ਰਿਹਾ ਕੀਤਾ ਜਾਂਦਾ। ਅਸੀਂ 3 ਜਾਣੇ ਸੀ ਜੀ, 3 ਜਾਣੇ ਸਾਨੂੰ ਪੁਲਿਸ ਨੇ ਚੁੱਕਿਆ ਸੀ ਜੀ। ਮੈਂ ਇੱਧਰ ਆਪਣਾ ਗੁਜ਼ਾਰਾ ਕਰ ਰਹੀ ਸੀਗੀ ਸੌਕਸ ਔਰ ਹੈਂਕੀ ਲਗਾ ਕੇ ਗੁਰਦੁਆਰੇ 'ਚ। ਇੱਥੇ ਹੀ ਅਸੀਂ ਰੋਟੀ ਖਾ ਕੇ ਜਾਂਦੇ ਹਾਂ। ਮੈਂ ਕਹਿ ਰਿਹਾ ਕਰਨਾ ਜੀ ਸਦਕੇ ਕਰਨ, ਸਾਨੂੰ ਪ੍ਰੋਬਲਮ ਨਹੀਂ, ਨਾ ਪਰਚਿਆਂ ਤੋਂ ਡਰਦੇ ਆ। ਜਿਹੜੀ ਚੰਡੀਗੜ੍ਹ ਪੁਲਿਸ ਹੈ ਨਾ, ਹੁਣ ਇਹ ਬੀਜੇਪੀ ਪੁਲਿਸ ਬਣ ਚੁੱਕੀ ਹੈ। हमारे बच्चे ने अंदर ठोक के बाहर काट दिया। क्या बात, तुम्हारे बच्चे गए हो यहाँ? ਕਿ ਸਿਰਫ ਤੇ ਸਿਰਫ ਇੱਕ ਮੌਤ ਹੈ ਜਿਹੜਾ ਮੇਰਾ ਮੂੰਹ ਬੰਦ ਕਰ ਦੂਗੀ। ਵੈਸੇ ਇਹ ਸਰਕਾਰ ਦੀ ਹਿੰਮਤ ਨਹੀਂ ਮੇਰਾ ਮੂੰਹ ਬੰਦ ਕਰਨ ਦੀ। ਇਸੇ ਸੰਜੇ ਟੰਡਨ ਦੇ ਘਰ ਦੇ ਬਾਹਰ ਕਾਲੇ ਕਾਨੂੰਨ ਦੀ ਕਾਪੀਆਂ ਸਾੜੀਆਂ ਗਈਆਂ, ਉੱਥੇ ਨਹੀਂ ਕੁਝ ਹੋਇਆ ਹੈ। ਇਹ ਸਾਡੇ ਗੋਲੀ ਮਾਰ ਲੈਣ, ਸਾਡੇ ਤੇ ਪਰਚੇ ਪਾ ਲੈਣ, ਕੁਝ ਮਰਜ਼ੀ ਕਰ ਲੈਣ, ਇਹਨਾਂ ਦਾ ਵਿਰੋਧ ਜਿਉਂ ਦਾ ਤਿਉਂ ਜਾਰੀ ਰਹੂਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੱਤੀ ਤੇ ਤੁਸੀਂ ਵੇਖ ਰਹੇ ਹੋ ਚੈਨਲ 7 ਤਰ੍ਹਾਂ ਦਾ ਪ੍ਰੋਗਰਾਮ ਗੱਲਾਂ ਚੋਂ ਗੱਲ। ਤੇ ਗੱਲਾਂ ਚੋਂ ਗੱਲ ਦੇ ਵਿੱਚ ਆਏ ਵਾਰ ਅਸੀਂ ਨਵੇਂ ਵਿਸ਼ੇ ਤੇ ਗੱਲ ਕਰੀਦੀ ਹੈ। ਤੇ ਅੱਜ ਦਾ ਐਪੀਸੋਡ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਅੱਜ ਦੀ ਇਹ ਸਾਡੀ ਵੀਡੀਓ ਸਪਾਂਸਰ ਕੀਤੀ ਗਈ ਹੈ ਵਸੇਬਾ ਇਮੀਗ੍ਰੇਸ਼ਨ ਐਂਡ ਵੀਜ਼ਾ ਕੰਸਲਟੈਂਟ ਵੱਲੋਂ। ਸੋ ਜਿਹੜੇ ਵੀਰ ਭਰਾ ਕੈਨੇਡਾ ਜਾਣਾ ਚਾਹੁੰਦੇ ਹੋਣ ਉਹ ਇਹਨਾਂ ਨੂੰ ਕੰਟੈਕਟ ਕਰ ਸਕਦੇ ਹਨ। ਇਹਨਾਂ ਦਾ ਕੰਟੈਕਟ ਨੰਬਰ ਹੈ +1778 636 3236। ਸੋ ਅੱਜ ਦੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਵਾਗਤ ਕਰਦਾ ਮੈਂ ਨੈਂਸੀ ਗਰੇਵਾਲ ਦਾ। ਸਤਿ ਸ਼੍ਰੀ ਅਕਾਲ ਨੈਂਸੀ। ਸਤਿ ਸ਼੍ਰੀ ਅਕਾਲ ਸੱਤੀ ਜੀ। ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ? ਬਸ ਵਧੀਆ। ਕਿਵੇਂ ਨਿਕਲ ਰਹੀ ਹੈ ਲਾਈਫ ਮੇਰੀ ਹਮੇਸ਼ਾ ਵਧੀਆ ਹੀ ਜਾਂਦੀ ਹੁੰਦੀ ਹੈ। ਤੁਸੀਂ ਸੁਣਾਓ, ਤੁਹਾਡੀ ਜ਼ਿੰਦਗੀ ਕਿੱਦਾਂ ਚੱਲ ਰਹੀ ਹੈ, ਕਿੱਦਾਂ ਲਾਈਫ ਚੱਲ ਰਹੀ ਹੈ? ਮੇਰੀ ਆਪ ਦੀ ਅਗਰ ਲਾਈਫ ਕਹਾਂ ਤਾਂ ਉਹ ਤਾਂ ਠੀਕ ਚੱਲ ਰਹੀ ਹੈ, ਐਜ਼ ਰੂਟੀਨ ਹੈ ਨਾ, ਵਧੀਆ ਚੱਲ ਰਹੀ ਹੈ। ਪਰ ਜੇ ਆਪਾਂ ਹੁਣ ਗੱਲਬਾਤ ਕਰ ਲਈਏ ਕਿ ਬਾਕੀ ਸੋਸ਼ਲ ਮੀਡੀਆ ਦੀ, ਤਾਂ ਉਹਦੇ ਉੱਪਰ ਆਪਾਂ ਦੇਖਦੇ ਹਾਂ ਆਏ ਦਿਨ ਕੋਈ ਨਾ ਕੋਈ ਮੁੱਦਾ ਜਿਵੇਂ ਗਰਮ ਹੋਇਆ ਰਹਿੰਦਾ ਤੇ ਆਪਾਂ ਗੱਲਾਂ ਚੋਂ ਗੱਲ ਦੇ ਵਿੱਚ ਉਸੇ ਵਿਸ਼ੇ ਦੇ ਉੱਪਰ ਗੱਲ ਵੀ ਕਰੀਦੀ ਹੈ। ਸੋ ਸੋਸ਼ਲ ਮੀਡੀਆ ਦਾ ਜਿਹੜਾ ਮਾਹੌਲ ਹੈ ਬਹੁਤ ਭਖਿਆ ਹੋਇਆ, ਦੁਨੀਆਦਾਰੀ ਬਹੁਤ ਗਰਮਾਈ ਹੋਈ ਹੈ ਇਸ ਟਾਈਮ। ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਮੈਂ ਗੱਲਬਾਤ ਕਰ ਰਿਹਾ ਕਿ ਸਾਡੇ ਕਿਸਾਨ ਵੀਰਾਂ ਦੀ। ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ 8-9 ਮਹੀਨੇ ਤੋਂ ਤਕਰੀਬਨ ਸਿੰਘੂ ਬਾਰਡਰ ਦੇ ਉੱਤੇ ਕਿੰਨੇ ਕਿਸਾਨ ਵੀਰ ਸਾਡੇ ਬੈਠੇ ਨੇ, ਜਾਂ ਆਲ ਓਵਰ ਇੰਡੀਆ ਦੀ ਵੀ ਗੱਲਬਾਤ ਕਰ ਲਈਏ ਤੇ ਬਾਹਰ ਵੀ ਗੱਲ ਕਰ ਲਈਏ, ਜਿਹੜੇ ਮਤਲਬ ਕਿ ਕਿਸਾਨਾਂ ਨੂੰ ਸਪੋਰਟ ਕਰਦੇ ਹਨ, ਉਹ ਰੋਜ਼ ਕੋਈ ਨਾ ਕੋਈ ਰੋਸ ਪ੍ਰਦਰਸ਼ਨ, ਕਿਤੇ ਨਾ ਕਿਤੇ ਧਰਨਾ ਲਾ ਕੇ ਇਹਨਾਂ ਕਿਸਾਨਾਂ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਹਨ ਆਪਣੇ ਵੱਲੋਂ, ਹੈ ਨਾ, ਲੋਕ ਜਿੰਨੇ ਵੀ ਨੇ। ਤੇ ਸਾਡੇ ਇੰਡੀਆ ਦੇ ਵਿੱਚ ਵੀ ਬਹੁਤ ਜਗ੍ਹਾ ਦੇ ਉੱਤੇ ਬੈਠੇ ਨੇ। ਪਰ ਜਿਹੜੇ ਕੁਝ ਜਿਹੜੀਆਂ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦੀਆਂ ਨੇ, ਉਹ ਬਹੁਤ ਦਿਲ ਨੂੰ ਹੈਰਾਨ ਕਰਦੀਆਂ ਨੇ, ਬਹੁਤ ਮਾਯੂਸ ਹੋ ਜਾਂਦਾ ਉਹਨਾਂ ਨੂੰ ਸੁਣ ਕੇ ਔਰ ਦੇਖ ਕੇ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਮਤਲਬ ਮੈਨੂੰ ਗੋਲ ਗੱਲ ਘੁਮਾ ਰਹੇ, ਥੋੜਾ ਕਲੀਅਰਲੀ ਬੋਲੋ। ਮੈਂ ਗੱਲ ਕਰ ਰਿਹਾ ਕਿ ਜਿਵੇਂ ਸੋਸ਼ਲ ਮੀਡੀਆ ਉੱਪਰ ਤੁਸੀਂ ਦੇਖਿਆ ਹੋਣਾ ਕਿ ਕਿਸਾਨਾਂ ਦਾ ਪਿੱਛੇ ਜੇ ਇੱਕ ਚੰਡੀਗੜ੍ਹ ਦੇ ਵਿੱਚ ਧਰਨਾ ਸੀ, ਜਿਹਦੇ ਵਿੱਚ ਕਿ ਹੁਣ ਅੱਜ ਤੱਕ ਆਪਾਂ ਸੁਣਿਆ ਸੀ, ਦੇਖਿਆ ਸੀ ਕਿ ਕਿਸਾਨਾਂ ਦੇ ਉੱਪਰ ਪਿਛਲੇ ਕਿੰਨੇ ਮਹੀਨਿਆਂ ਤੋਂ ਤਸ਼ੱਦਦ ਹੁੰਦੀ ਆ ਰਹੀ ਹੈ ਨਾ ਜੀ। ਬਜ਼ੁਰਗਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਸ਼ਾਸਨ ਵੱਲੋਂ ਕੀਤੀ ਗਈ, ਸਿਸਟਮ ਵੱਲੋਂ। ਉਸ ਤੋਂ ਬਾਅਦ ਨੌਜਵਾਨ ਬਹੁਤ ਐਸੇ ਹਾਥੀ ਜਿਹੜੇ ਹੈ ਨਾ ਪ੍ਰਸ਼ਾਸਨ ਦੇ ਹੱਥ ਚੜ੍ਹ ਗਏ, ਤੇ ਹੁਣ ਤਾਂ ਬੱਚਿਆਂ ਨੂੰ ਵੀ ਇਸ ਦੇ ਵਿੱਚ ਨਾਲ ਲਪੇਟ ਲਿਆ ਗਿਆ। ਤੁਸੀਂ ਉਹ ਗੱਲ ਤਾਂ ਨਹੀਂ ਕਰ ਰਹੇ ਜਿਹੜੇ ਆ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਬੀਜੇਪੀ ਲੀਡਰ ਸੰਜੇ ਟੰਡਨ ਦੇ ਅਗੇਂਸਟ ਜਿਹੜਾ ਪ੍ਰੋਟੈਸਟ ਕੀਤਾ ਗਿਆ, ਜਿਹੜੀ ਨਾਅਰੇਬਾਜ਼ੀ ਕੀਤੀ ਗਈ, ਉਹਦੇ ਦੌਰਾਨ ਜਿਹੜੇ 2 ਬੱਚੇ ਅਰੈਸਟ ਕਰ ਲਏ ਗਏ, ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ? ਹਾਂ ਬਿਲਕੁਲ ਨੈਂਸੀ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਇੱਕ 13 ਸਾਲ ਦਾ ਉਹਨਾਂ ਦੇ ਵਿੱਚੋਂ ਤੇ ਦੂਸਰਾ 17 ਸਾਲ ਦਾ ਬੱਚਾ। ਮਤਲਬ ਕਿ ਅੰਡਰ ਏਜ ਬੱਚਿਆਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਪ੍ਰੋਟੈਸਟ ਦੇ ਵਿੱਚ ਆਉਣ ਦੇ ਕਰਕੇ ਅਰੈਸਟ ਕਰ ਲਿਆ ਗਿਆ। ਤੁਹਾਨੂੰ ਕੀ ਲੱਗਦਾ ਕਿ ਜਾਇਜ਼ ਹੈ ਗੱਲ? ਬਿਲਕੁਲ ਵੀ ਜਾਇਜ਼ ਨਹੀਂ ਹੈ। ਤੁਸੀਂ ਮੈਨੂੰ ਸਮਝ ਨਹੀਂ ਆ ਰਿਹਾ, ਜਿੱਦਾਂ ਕਿ ਹੁਣੇ ਤੁਸੀਂ ਬੋਲ ਕੇ ਹਟੇ ਹੋ, ਪਿਛਲੇ ਕਾਫੀ ਟਾਈਮ ਤੋਂ ਜਿਹੜੇ ਸਾਡੇ ਕਿਸਾਨ ਭਰਾ ਨੇ, ਹੈ ਨਾ, ਸਾਡੇ ਬਜ਼ੁਰਗ ਨੇ, ਲੇਡੀਜ਼ ਨੇ, ਸਾਰੀਆਂ ਉੱਥੇ ਅੰਦੋਲਨ 'ਚ ਲੱਗੀਆਂ ਹੋਈਆਂ ਵਿਚਾਰੀਆਂ। ਉਹਨਾਂ ਨੇ ਸਾਰਾ ਸਿਆਲ ਕੱਢਤਾ, ਹੁਣ ਗਰਮੀ ਕੱਢ ਰਹੇ ਨੇ, ਮੀਂਹ, ਸਭ ਕੁਝ ਉਹ ਲੋਕ ਬਰਦਾਸ਼ਤ ਕਰ ਰਹੇ ਨੇ। ਸਾਡੀ ਜਿਹੜੀ ਕਹਿ ਲਓ ਕਿ ਸਰਕਾਰ ਹੈ, ਉਹਨਾਂ ਨੇ ਉਹਨੂੰ ਸਪੋਰਟ ਤਾਂ ਕੀ ਕਰਨਾ, ਆਪਣੀਆਂ ਅੱਖਾਂ ਤਾਂ ਕਿਆ ਖੋਲ੍ਹਣੀਆਂ। ਹੁਣ ਉਹ ਬੱਚਿਆਂ 'ਤੇ ਆ ਗਏ ਨੇ। ਇੰਨੀਆਂ ਮੌਤਾਂ, ਇੰਨੀਆਂ ਸ਼ਹੀਦੀਆਂ ਹੋਈਆਂ ਸਾਡੀਆਂ, ਸਾਡੇ ਕਿਸਾਨ ਵੀਰ ਕਿੰਨੇ ਸ਼ਹੀਦ ਹੋਏ, ਲੇਡੀਜ਼, ਹੈ ਨਾ, ਬਜ਼ੁਰਗ ਸਾਡੇ ਕਿੰਨੇ। ਹੁਣ ਸਾਡੀ ਸਰਕਾਰ ਕੀ ਚਾਹੁੰਦੀ ਹੈ ਕਿ ਹੁਣ ਬੱਚੇ ਵੀ ਇਸ ਸ਼੍ਰੇਣੀ ਦੇ ਵਿੱਚ ਆ ਜਾਣ, ਤੇ ਉਹ ਬੱਚਿਆਂ ਨੂੰ ਵੀ ਨਹੀਂ ਛੱਡ ਰਹੇ। ਜੇ ਇੱਦਾਂ ਦੀ ਸਰਕਾਰ ਰਹੀ ਤਾਂ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪੁਰਾਣੇ ਟਾਈਮ ਦੇ ਵਿੱਚ ਗੋਰਿਆਂ ਦਾ ਰਾਜ ਹੁੰਦਾ ਸੀਗਾ, ਤੇ ਉਹ ਰਾਜ ਤੇ ਇਹ ਰਾਜ 'ਚ ਕੁਝ ਫਰਕ ਹੈ? ਬਿਲਕੁਲ ਨੈਂਸੀ, ਤੁਹਾਡੀ ਗੱਲ ਸਹੀ ਹੈ, ਕਿਉਂਕਿ ਅੱਜ ਕੱਲ੍ਹ ਜੇ ਆਪਾਂ ਗੱਲਬਾਤ ਕਰੀਏ ਕਿ ਸਰਕਾਰ ਦੀਆਂ ਇਹਨਾਂ ਨੀਤੀਆਂ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਸਰਕਾਰ ਦੀ ਸੋਚ ਆਮ ਲੋਕਾਂ ਦੇ ਪ੍ਰਤੀ ਸੋਚਦੀ ਹੈ ਕੁਝ, ਹੈ ਨਾ, ਕਿ ਇੰਨਾ ਅਤਿਆਚਾਰ ਕਿ ਬੱਚਿਆਂ ਨੂੰ ਵੀ ਤੁਸੀਂ ਨਹੀਂ ਛੱਡ ਰਹੇ ਹੈਗੇ, ਉਹ ਬਹੁਤ ਮਾੜੀ ਗੱਲ ਹੈ। ਮੈਂ ਤਾਂ ਕਈ ਵਾਰ ਹੈਰਾਨ ਹੁੰਦਾ ਕਿ ਜਿਵੇਂ ਹੁਣ ਚੰਡੀਗੜ੍ਹ ਪੁਲਿਸ ਦੀ ਗੱਲ ਕਰ ਲਈਏ ਜਾਂ ਕਿਸੇ ਜਗ੍ਹਾ ਵੀ ਗੱਲ ਕਰ ਲਈਏ, ਹੈ ਨਾ,
ਕਿ ਇੰਨਾ ਜਦੋਂ ਇਹ ਅਤਿਆਚਾਰ ਕਰਦੇ ਨੇ, ਜਿਵੇਂ ਹੈ ਨਾ ਬਹੁਤ ਸਾਰੇ ਲੋਕਾਂ ਦੇ ਨਾਲ ਤਸ਼ੱਦਦ ਵੀ ਹੋਈ ਇਸ ਪ੍ਰੋਟੈਸਟ ਦੇ ਦੌਰਾਨ ਵੀ, ਹੈ ਨਾ, ਬਹੁਤ ਲੋਕਾਂ ਦੇ ਉੱਤੇ ਕੁੱਟਿਆ ਵੀ ਗਿਆ, ਮਾਰਿਆ ਵੀ ਗਿਆ। ਇਹਨਾਂ ਦੇ ਆਪ ਦੇ ਦਿਲ ਨਹੀਂ ਦਹਿਲਦੇ, ਇਹਨਾਂ ਦੀ ਆਪ ਦੇ ਪਰਿਵਾਰ, ਇਹਨਾਂ ਦੇ ਘਰ ਦੇ ਵਿੱਚ ਆਪ ਦੇ ਬਜ਼ੁਰਗ ਹੁੰਦੇ ਨੇ, ਬੱਚੇ ਹੁੰਦੇ ਨੇ। ਸੋ ਇਹਨਾਂ ਨੂੰ ਆਪ ਨੂੰ ਨਹੀਂ ਲੱਗਦਾ ਰਾਤ ਨੂੰ ਸੌਣ ਲੱਗੇ ਕਿਵੇਂ ਇਹਨਾਂ ਨੂੰ ਚੈਨ ਮਿਲਦਾ ਹੋਣਾ। ਸਹੀ ਗੱਲ ਹੈ। ਇੱਕ ਵਾਰ ਮਤਲਬ ਇੱਕ ਹੁੰਦਾ ਨਾ ਕਿ ਮੇਰੇ ਜਿਵੇਂ ਪਾਪਾ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਦਿਨ ਦੇ ਵਿੱਚ ਜੋ ਮਰਜ਼ੀ ਕਰੋ, ਰਾਤ ਨੂੰ ਨਾ ਕਮ ਸੇ ਕਮ ਇੱਕ ਵਾਰ ਐਦਾਂ ਦਾ ਜ਼ਰੂਰ ਆਪਣੇ ਆਪ ਨੂੰ ਜਸਟੀਫਾਈ ਕਰਕੇ ਆਪਣੇ ਆਪ ਨੂੰ ਇੱਕ ਸਵਾਲ ਪੁੱਛ ਕੇ ਸੋਣਾ ਚਾਹੀਦਾ ਹੈ ਕਿ ਮੈਂ ਕੁਝ ਗਲਤ ਤਾਂ ਨਹੀਂ ਕੀਤਾ, ਕਿ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਸੀਂ ਸਾਰੇ ਦਿਨ 'ਚ ਕਿੱਥੇ ਇੱਕ ਸਟੈਂਡ ਕਰਦੇ ਹੋ। ਤੇ ਜਦ ਇਹ ਰਾਤ ਨੂੰ ਆਪਣੇ ਘਰੇ ਜਾਂਦੇ ਹੋਣਗੇ, ਸੌਂਦੇ ਹੋਣਗੇ, ਇਹਨਾਂ ਨੂੰ ਚੈਨ ਆਂਦੀ ਹੋਊਗੀ, ਜਾਂ ਸਵੇਰੇ ਉੱਠ ਕੇ ਜਦ ਆਪਣੇ ਆਪ ਨੂੰ ਦੇਖਦੇ ਹੋਣਗੇ, ਇਹਨਾਂ ਦਾ ਜ਼ਮੀਰ ਇਹਨਾਂ ਨੂੰ ਲਾਂਤਾ ਨਹੀਂ ਪਾਉਂਦਾ ਹੋਊਗਾ ਕਿ ਚਲੋ। ਮੈਨੂੰ ਤਾਂ ਇਹ ਗੱਲ ਨਹੀਂ ਸਮਝ ਆਉਂਦੀ ਕਿ ਡੈਮੋਕ੍ਰੈਟਿਕ ਕਹਿੰਦੇ ਕਿ ਆਪਣਾ ਇੰਡੀਆ ਡੈਮੋਕ੍ਰੈਟਿਕ ਹੈ, ਡੈਮੋਕ੍ਰੈਟਿਕ ਕਿੱਥੇ ਰਹਿ ਗਿਆ? ਫਰੀडम ਆਫ ਸਪੀਚ ਜਿਹੜੀ ਕਹਿੰਦੇ ਉਹ ਕਿੱਥੇ ਰਹਿ ਗਈ? ਤੇ ਗੋਰਿਆਂ ਵਾਲਾ ਰਾਜ ਹੀ ਹੋ ਗਿਆ ਕਿ ਕਿਸੇ ਨੇ ਆਪਣਾ ਸਟੈਂਡ ਰੱਖਦਾ ਤੇ ਉਹਨੂੰ ਚੱਕ ਕੇ ਅੰਦਰ ਪਾਓ ਤੇ ਕੁੱਟਮਾਰ ਸ਼ੁਰੂ ਕਰ ਦਿਓ। ਬਿਲਕੁਲ ਸਹੀ ਗੱਲ, ਤੁਸੀਂ ਡੈਮੋਕ੍ਰੇਸੀ ਵਾਲੀ ਗੱਲ ਬਿਲਕੁਲ ਸਹੀ ਕਹੀ। ਤੇ ਇਹੀ ਗੱਲ ਹੁਣ ਪੰਜਾਬ ਦੇ ਬੱਬੂ ਮਾਨ ਜਿਹੜੇ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੇ ਨੇ, ਉਹਨਾਂ ਦੀ ਗੱਲਬਾਤ ਕਰਦੇ ਨੇ। ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਇਹ ਪੋਸਟ ਪਾ ਕੇ ਉਸ ਬੱਚੇ ਦੀ ਸਪੋਰਟ ਵੀ ਕੀਤੀ ਤੇ ਸਰਕਾਰ ਨੂੰ ਲਾਹਣਤਾਂ ਵੀ ਪਾਈਆਂ ਕਿ ਹੁਣ ਇਹੋ ਜਿਹਾ ਟਾਈਮ ਵੀ ਆ ਗਿਆ, ਕਿੱਥੇ ਰਹਿ ਗਈ ਸਾਡੀ ਡੈਮੋਕ੍ਰੇਸੀ, ਹੈ ਨਾ, ਕਿੱਥੋਂ ਰਹਿ ਗਿਆ ਸਾਡਾ ਆਜ਼ਾਦ ਇੰਡੀਆ। ਮਤਲਬ ਕਿ ਤੁਸੀਂ ਬੱਚਿਆਂ ਤੱਕ ਦੇ ਉੱਪਰ ਜ਼ੁਲਮ ਕਰਨ ਲੱਗ ਗਏ ਹੁਣ, ਹੈ ਨਾ। ਤੇ ਸੱਤੇ ਜੀ ਚਲੋ ਠੀਕ ਹੈ, ਤੁਸੀਂ ਸਹੀ ਕਹਿ ਰਹੇ ਹੋ, ਹੈ ਨਾ। ਕਿਤੇ ਨਾ ਕਿਤੇ ਕਿਸਾਨ ਵੀ ਆਪਣੀ ਜਗ੍ਹਾ ਸਹੀ ਨੇ, ਕਿਉਂਕਿ ਗੱਲ ਹੁਣ ਉਹਨਾਂ ਦੇ ਬੱਚਿਆਂ ਤੇ ਆ ਗਈ। ਪਹਿਲਾਂ ਤਾਂ ਉਹਨਾਂ ਦੀ ਮਾਂ ਵਰਗੀ ਜ਼ਮੀਨ ਤੱਕ ਗੱਲ ਸੀਗੀ, ਫਿਰ ਵੀ ਕਿਤੇ ਨਾ ਕਿਤੇ ਕਰ ਰਹੇ ਸੀ, ਪਰ ਹੁਣ ਗੱਲ ਬੱਚਿਆਂ ਤੇ ਆ ਗਈ। ਚਲੋ ਇਹ ਕਿਸਾਨਾਂ ਦੀ ਗੱਲ ਹੈ, ਪਰ ਅਗਰ ਮੈਂ ਤੁਹਾਡੀ ਗੱਲ ਕਰਾਂ ਤਾਂ ਤੁਹਾਡੀ ਪਰਸਨਲੀ ਕੀ ਰਾਏ ਹੈ ਇਸ ਮੁੱਦੇ ਤੇ? ਮੇਰੀ ਪਰਸਨਲ ਨੈਂਸੀ, ਮੈਂ ਵੈਸੇ ਸੋਚਦਾ ਜਾਂ ਮੈਂ ਮਤਲਬ ਕਹਿਣਾ ਚਾਹੂੰਗਾ ਕਿ ਮੈਂ ਤਾਂ ਕੌਣ ਹੁੰਨਾ ਬੇਸਿਕਲੀ ਇਸ ਦੇ ਉੱਤੇ ਰਾਏ ਦੇਣ ਵਾਲਾ। ਤੇ ਮੈਂ ਚਾਹੁੰਦਾ ਕਿ ਅੱਜ ਆਪਾਂ ਐਪੀਸੋਡ ਦੇ ਵਿੱਚ, ਜਿਵੇਂ ਹੁਣ ਆਪਾਂ ਜਾਣਦੇ ਹਾਂ ਕਿ ਜਿਸ ਦੇ ਉੱਤੇ ਬੀਤਦੀ ਆ ਉਹੀ ਜਾਣਦਾ ਹੁੰਦਾ, ਹੈ ਨਾ। ਜਿਸ ਤਨ ਲਾਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ, ਹੈ ਨਾ, ਜਿਵੇਂ ਆਪਾਂ ਕਹਿ ਦਿੰਦੇ ਹਾਂ। ਸੋ ਕਿਸਾਨਾਂ ਦੇ ਉੱਤੇ ਬੀਤ ਰਹੀ ਹੈ। ਮੈਂ ਚਾਹੁੰਦਾ ਕਿ ਆਪਾਂ ਕਿਸਾਨਾਂ ਦੇ ਵਿੱਚ ਹੀ ਚੱਲਦੇ ਹਾਂ, ਕਿਸਾਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤ ਰਹੀ ਹੈ ਤੇ ਜਿਹੜਾ ਆਹ ਬੱਚਿਆਂ ਦੇ ਉੱਤੇ ਤਸ਼ੱਦਦ ਚੰਡੀਗੜ੍ਹ ਪੁਲਿਸ ਵੱਲੋਂ ਹੋਇਆ, ਸੋ ਉਹਨਾਂ ਬਾਰੇ ਉਹਨਾਂ ਦਾ ਕੀ ਕਹਿਣਾ। ਤੇ ਆਪਾਂ ਚੱਲੀਏ ਆਪਾਂ ਹੁਣ ਬਾਹਰ ਤੇ ਆਪਾਂ ਕਰਦੇ ਹਾਂ ਗੱਲਬਾਤ ਹੋਰ ਕਿਸਾਨਾਂ ਦੇ ਨਾਲ। ਜੀ ਚੱਲਦੇ ਹਾਂ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਕਿਸਾਨਾਂ ਨੇ ਕਾਲੇ ਬਿੱਲਾਂ ਦੇ ਖਿਲਾਫ ਬੀਜੇਪੀ ਦਾ ਵਿਰੋਧ ਪ੍ਰਦਰਸ਼ਨ ਕੀਤਾ ਜੀ, ਪਰ ਬੀਜੇਪੀ ਦੇ ਪ੍ਰੀਪਲਾਨ ਪ੍ਰੋਗਰਾਮ ਦੇ ਤਹਿਤ ਇਹਨਾਂ ਦੇ ਆਪ ਦੇ ਬੰਦਿਆਂ ਨੇ ਪੁਲਿਸ ਤੇ ਇਹਨਾਂ ਦੀ ਗੱਡੀਆਂ ਤੇ ਹਮਲਾ ਕੀਤਾ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ। ਉਸ ਤੋਂ ਬਾਅਦ ਹੋਇਆ ਕਿ ਸਾਡੀ 22 ਜਾਣਿਆਂ ਦੀ ਟੀਮ ਨੂੰ 31 ਥਾਣੇ ਲੈ ਗਏ, ਉੱਥੇ ਅਰੈਸਟ ਪਾਈ। ਸਾਨੂੰ ਸ਼ਾਮ ਨੂੰ 7:30 ਵਜੇ ਛੱਡ ਦਿੱਤਾ ਗਿਆ। ਲੇਕਿਨ ਪਤਾ ਨਹੀਂ ਜੀ ਬੀਜੇਪੀ ਨੇ ਪੁਲਿਸ ਦੇ ਉੱਤੇ ਕੀ ਦਬਾਅ ਇਹੋ ਜਿਹਾ ਪਾਇਆ ਕਿ ਸਵੇਰੇ 8 ਵਜੇ ਪੁਲਿਸ ਆਉਂਦੀ ਹੈ, ਮੈਨੂੰ ਕਰੋਰੀ ਅਰੈਸਟ ਕਰਕੇ ਲੈ ਜਾਂਦੀ ਹੈ। ਲੇਕਿਨ ਉਸ ਤੋਂ ਬਾਅਦ ਮੇਰੇ ਮਾਪਿਓ, ਮੇਰੀ ਲੀਗਲ ਟੀਮ ਜਿੰਨੀ ਵੀ ਹੈ, ਕਿਸਾਨ ਮੋਰਚੇ ਦੀ ਲੀਗਲ ਟੀਮ ਜਿੰਨੀ ਹੈ, ਜਿੰਨੇ ਸਾਡੇ ਭੈਣ ਭਰਾ ਕਿਸਾਨ ਮੋਰਚੇ ਦੇ ਸਾਥੀ ਨੇ, ਇਹਨਾਂ ਦੀਆਂ ਦੁਆਵਾਂ ਆਸ਼ੀਰਵਾਦ ਸਦਕਾ ਅੱਜ ਬਿਲਕੁਲ ਤੁਹਾਡੇ ਸਾਹਮਣੇ ਸਹੀ ਸਲਾਮਤ ਖੜੇ ਆ। ਔਰ ਅੱਗੇ ਵੀ ਸਾਡਾ ਮੋਰਚਾ ਬੀਜੇਪੀ ਦੇ ਖਿਲਾਫ, ਕਾਲੇ ਬਿੱਲਾਂ ਦੇ ਖਿਲਾਫ ਐਂ ਚੱਲਦਾ ਰਹੂਗਾ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਇੱਕ ਛੋਟਾ ਵੀਰ ਤੁਹਾਡੇ ਨਾਲ ਹੋ ਸੀ, ਬਿਲਕੁਲ ਜੀ, ਪਰ ਉਸੇ ਟਾਈਮ ਛੱਡ ਦਿੱਤਾ ਗਿਆ ਸੀ ਜੀ। ਅਸੀਂ 3 ਜਾਣੇ ਸੀ ਜੀ, 3 ਜਾਣੇ ਸਾਨੂੰ ਪੁਲਿਸ ਨੇ ਚੁੱਕਿਆ ਸੀ ਜੀ। 2 ਜਾਣੇ ਦੀ ਬੇਲ ਹੋ ਗਈ, ਇੱਕ ਅਜੇ ਵੀ ਨਹੀਂ ਹੋਈ, ਉਹ ਕੱਲ ਹੋ ਜਾਏਗੀ ਜੀ। ਇਹ ਮੈਡਮ ਕਿਸਾਨੀ ਅੰਦੋਲਨ ਨਹੀਂ ਹੈ, ਜਨ ਅੰਦੋਲਨ ਹੈ, ਸਾਡਾ ਅੰਦੋਲਨ ਹੈ, ਕਿਸੇ ਦਾ ਨਹੀਂ ਅੰਦੋਲਨ ਹੈਗਾ, ਇਹ ਸਾਡਾ ਅੰਦੋਲਨ ਹੈ। ਜਦ ਤੱਕ ਅਸੀਂ ਆਪਣਾ ਅੰਦੋਲਨ ਨਹੀਂ ਨਾ ਸਮਝਦੇ, ਜਦ ਤੱਕ ਅਸੀਂ ਲੜਾਈ ਨਹੀਂ ਲੜ ਸਕਦੇ। ਇਸ ਕਰਕੇ ਸਾਡੀ ਲੜਾਈ ਹੈ, ਅਸੀਂ ਲੜਨੀ ਹੈ, ਸਾਰਿਆਂ ਨੂੰ ਲੜਨੀ ਪੈਣੀ ਹੈ, ਤੁਹਾਨੂੰ ਵੀ, ਮੈਨੂੰ ਵੀ, ਇਹਨਾਂ ਸਾਰਿਆਂ ਨੂੰ ਲੜਨੀ ਪੈਣੀ ਹੈ, ਤਾਂ ਇਹ ਗੱਲ ਬਣਨੀ ਹੈ, ਨਹੀਂ ਗੱਲ ਨਹੀਂ ਬਣਨੀ। ਮੇਰੀ ਡਿਊਟੀ ਸੀਗੀ ਜਲ ਸੇਵਾ ਦੀ ਤੇ ਸਫਾਈ ਦੀ, ਉਹ ਕਰਦਿਆਂ ਉਹਨਾਂ ਨੇ ਪਤਾ ਨਹੀਂ ਕੀ ਦੇਖ ਕੇ ਅਰੈਸਟ ਕੀਤਾ। ਰਾਤੀ 9 ਵਜੇ ਦੁਕਾਨ ਤੋਂ ਚੁੱਕਿਆ ਇਹ, ਬਟ ਚਲੋ ਜੋ ਕਰਿਆ ਉਹਨਾਂ ਠੀਕ ਕਰਿਆ, ਆਪਣੀ ਉਹਨਾਂ ਦੀ ਡਿਊਟੀ ਸੀ। ਆਪਣਾ ਹੁਣ ਤਾਂ ਇਹ ਆ ਵੀ ਕਿਸਾਨੀ ਮੋਰਚਾ ਜਿੰਦਾਬਾਦ, ਉਹਦੇ ਨਾਲ ਹੀ ਰਹਿਣਾ। ਸਾਡੀ ਟੀਮ ਦਾ ਸਮੂਹ ਦਾ ਥੈਂਕ ਯੂ, ਧੰਨਵਾਦ ਜਿਨ੍ਹਾਂ ਸਾਨੂੰ ਅੱਜ ਕਰਾ ਲਿਆ। ਮੇਰਾ ਨਾਮ ਅਰਵਿੰਦਰ ਸਿੰਘ ਐਡਵੋਕੇਟ ਹੈ ਜੀ, ਮੈਂ ਐਕਸ ਪ੍ਰੈਜ਼ੀਡੈਂਟ ਹੈ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਚੰਡੀਗੜ੍ਹ ਦਾ। ਇਹ ਐਕਚੁਅਲੀ ਕੀ ਹੈ ਵੀ ਜਿਹੜਾ ਇਹ ਭੰਨ ਤੋੜ ਹੋਈ ਹੈ ਬੀਜੇਪੀ ਦੇ ਵਰਕਰਾਂ ਨੇ ਹੀ ਕੀਤੀ ਸੀ। ਗੱਡੀ ਅੰਦਰੋਂ ਟੁੱਟੀ ਹੋਈ ਆਈ ਹੈ ਤੇ ਬੀਜੇਪੀ ਨੇ ਆਪਣਾ ਪ੍ਰੈਸ਼ਰ ਟੈਕਟਿਸ ਕ੍ਰੀਏਟ ਕਰਕੇ ਜਿਹੜੇ ਨੌਜਵਾਨ ਕਿਸਾਨ ਉੱਥੇ ਬਾਹਰ ਸ਼ਾਂਤੀਪੂਰਵਕ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸੀ ਤੇ ਉਹਨਾਂ ਦੇ ਉੱਤੇ ਇਹ ਝੂਠਾ ਪਰਚਾ ਬਣਾਇਆ। ਕਿਉਂਕਿ ਅੱਜ ਵੀ ਕੋਰਟ ਦੇ ਵਿੱਚ ਜਦੋਂ ਉਹਨਾਂ ਨੇ ਆਪਣੀ ਦਲੀਲ ਪੇਸ਼ ਕੀਤੀ ਹੈ ਤੇ ਜੱਜ ਸਾਹਿਬ ਨੇ ਪੁੱਛਿਆ ਕਿ ਕੀ ਤੁਹਾਡੇ ਕੋਲ ਕੋਈ ਵੀਡੀਓ ਰਿਕਾਰਡਿੰਗ, ਕੋਈ CCTV ਫੁਟੇਜ ਹੈ ਜਿੱਥੇ ਨੌਜਵਾਨ ਤੁਹਾਨੂੰ ਕੋਈ ਹਿੰਸਾ ਕਰਦੇ ਦਿਖ ਰਹੇ? ਉਹਨਾਂ ਨੇ 5-7 ਸੀਡੀਜ਼ ਪੇਸ਼ ਕੀਤੀਆਂ ਤੇ ਲੇਕਿਨ ਕਿਸੇ ਵੀ ਸੀਡੀਜ਼ 'ਚ ਕੋਈ ਵੀ ਨੌਜਵਾਨ ਕੋਈ ਵਾਇਲੈਂਸ ਕਰਦਾ ਸ਼ੋ ਨਹੀਂ ਹੁੰਦਾ।
ਸਾਰੇ ਪੀਸਫੁਲੀ ਆਪਣਾ ਪ੍ਰੋਟੈਸਟ ਸਾਈਡ ਤੇ ਹੋਏ ਖੜ ਰਹੇ ਸੀ ਤੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕੋਰਟ ਨੇ ਅੱਜ ਨੈਕਸਟ ਡੇ ਇਹਨਾਂ ਦੀ ਜ਼ਮਾਨਤ ਕਰਤੀ ਹੈ। ਅਸੀਂ ਕਾਲ ਦਿੱਤੀ ਸੀ ਕਿ ਜੇ ਸਾਡੇ ਬੰਦਿਆਂ ਨੂੰ ਨਹੀਂ ਰਿਹਾ ਕੀਤਾ ਜਾਂਦਾ, ਜੇ ਸਾਡੇ ਬੰਦਿਆਂ ਦੇ ਉੱਪਰ ਛਾਪੇਮਾਰੀ ਨਹੀਂ ਬੰਦ ਹੁੰਦੀ ਤੇ ਅਸੀਂ ਚੰਡੀਗੜ੍ਹ ਦੇ ਮੇਨ 2 ਪੁਆਇੰਟ ਬੰਦ ਕਰਾਂਗੇ। ਉਸ ਤੋਂ ਪਹਿਲਾਂ ਹੀ ਸਾਡੀ ਐਸਐਸਪੀ ਨਾਲ ਮੀਟਿੰਗ ਹੋਈ 7 ਮੈਂਬਰੀ ਕਮੇਟੀ ਜਿਹਦਾ ਮੈਂ ਹਿੱਸਾ ਸੀ। ਚੰਡੀਗੜ੍ਹ ਵੱਲੋਂ ਮੈਂ 7 ਮੈਂਬਰੀ ਕਮੇਟੀ ਦਾ ਹਿੱਸਾ ਬਣ ਕੇ ਗਿਆ, ਸਾਡੀ ਟੀਮ ਵੱਲੋਂ ਮੈਨੂੰ ਨੁਮਾਇੰਦਾ ਬਣਾ ਕੇ ਭੇਜਿਆ ਗਿਆ ਤੇ ਜਾ ਕੇ ਸਾਡੀ ਜੋ ਐਸਐਸਪੀ ਸਾਹਿਬ ਨਾਲ ਗੱਲ ਹੋਈ, ਉਸ ਗੱਲ ਤੋਂ ਬਾਅਦ ਸਾਡੇ ਬੰਦਿਆਂ ਦੀ ਅਸੀਂ ਜ਼ਮਾਨਤ ਲਾਈ, ਸਾਡੇ ਬੰਦਿਆਂ ਦੀ ਜ਼ਮਾਨਤ ਵੀ ਹੋ ਗਈ ਤੇ ਜਿਹੜੀ ਛਾਪੇਮਾਰੀਆਂ ਸੀ ਬੰਦਿਆਂ ਦੇ ਵਿੱਚ ਥ੍ਰੈਟ ਸੀ, ਬਹੁਤ ਸਾਰੇ ਬੰਦੇ ਇੱਥੇ ਘੁੰਮਦੇ ਹੋਣਗੇ ਜਿਨ੍ਹਾਂ ਦੇ ਉੱਪਰ ਮੁਕੱਦਮਾ ਇਹਨਾਂ ਨੇ ਦਰਜ ਕਰ ਦਿੱਤਾ ਸੀ, ਪਰ ਉਹਨਾਂ ਜਿਹੜਾ ਬੇਲੇਬਲ ਆਫੈਂਸ ਸੀਗਾ ਉਹਦੇ ਕਰਕੇ ਅਸੀਂ ਉਹਨਾਂ ਦੀ ਥਾਣੇ 'ਚ ਜ਼ਮਾਨਤ ਕਰਾ ਲਈ ਸੀ। ਹੁਣ ਦੁਬਾਰੇ ਉਹਨਾਂ ਦੇ ਲਈ ਮੈਂ ਬੇਨਤੀ ਕਰਾਂਗਾ, ਜੇ ਕੋਈ ਸ਼ਰਾਰਤੀ ਆਨਸਰ ਕਿਸੇ ਵੀ ਵੀਰ ਭੈਣ ਭਰਾ ਨੂੰ ਦਿਖਦਾ, ਤੁਹਾਡੇ ਵੀ ਕੈਮਰੇ ਦੀ ਅੱਖ ਦੇ ਵਿੱਚ ਕੋਈ ਸ਼ਰਾਰਤੀ ਆਨਸਰ ਆਉਂਦਾ ਹੈ ਤੇ ਉਹਨੂੰ ਆਇਡੈਂਟੀਫਾਈ ਕੀਤਾ ਜਾਵੇ, ਕਿਉਂਕਿ ਇਹ ਸ਼ਰਾਰਤੀ ਆਨਸਰ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਹੈ ਤੇ ਇਹ ਅੰਦੋਲਨ ਜਿਹੜਾ ਸ਼ਾਂਤਮਈ ਹੈ, ਸਿੰਬੋਲਿਕ ਪ੍ਰੋਟੈਸਟ ਹੈ ਸਾਡਾ। ਅਸੀਂ ਸ਼ਾਂਤਮਈ ਧਰਨਾ ਕਰ ਰਹੇ ਹਾਂ ਜਿਹੜਾ ਪੂਰੇ ਦੁਨੀਆ ਦੇ ਵਿੱਚ ਫੈਲ ਚੁੱਕਿਆ, ਇਕੱਲੇ ਇੰਡੀਆ ਦਾ ਅੰਦੋਲਨ ਨਹੀਂ ਰਿਹਾ ਇਹ। ਮੈਂ ਇਕੱਲੀ ਰਹਿੰਦੀ ਆਪਣੇ ਬੇਟੇ ਦੇ ਨਾਲ। ਮੇਰੇ ਨਾਲ ਕਿਆ ਕਹਿੰਦੇ 2-3 ਵਾਰੀ ਮੋਦੀ ਨੇ ਚਿੱਠੀ ਭੇਜੀ ਹੈ ਵੀ ਮੈਨੂੰ ਕੋਈ ਜੋਬ ਦਿਓ, 80% ਹੈਂਡੀਕੈਪ ਹੈ। ਮੈਂ ਵੋਟ ਉਸੇ ਨਹੀਂ ਪਾਵਾਂਗੀ ਜਿਹੜਾ ਕੋਈ ਮੇਰੀ ਹੈਲਪ ਕਰੂਗਾ। ਮੈਂ ਹੁਣ ਇਹਨਾਂ ਨੂੰ ਮੋਦੀ ਨੂੰ ਵੋਟ ਨਹੀਂ ਦੇਣੀ ਹੈਗੀ। ਮੈਂ ਇੱਧਰ ਆਪਣਾ ਗੁਜ਼ਾਰਾ ਕਰ ਰਹੀ ਸੀਗੀ ਸੌਕਸ ਔਰ ਹੈਂਕੀ ਲਗਾ ਕੇ ਗੁਰਦੁਆਰੇ 'ਚ। ਇੱਥੇ ਹੀ ਅਸੀਂ ਰੋਟੀ ਖਾ ਕੇ ਜਾਂਦੇ ਆ। ਮੋਦੀ ਨੂੰ ਮੈਂ ਕਈ ਵਾਰੀ ਲੈਟਰ ਭੇਜਿਆ, ਕੋਈ ਜਵਾਬ ਨਹੀਂ ਆਇਆ ਮੇਰੇ ਲੈਟਰ ਦਾ, ਕੁਝ ਨਹੀਂ ਕਰਿਆ। ਮੈਂ ਕਹਿ ਰਿਹਾ ਕਰਨਾ ਜੀ ਸਦਕੇ ਕਰਨ, ਸਾਨੂੰ ਪ੍ਰੋਬਲਮ ਨਹੀਂ, ਨਾ ਪਰਚਿਆਂ ਤੋਂ ਡਰਦੇ ਆ, ਪਰ ਕਹਿ ਕੇ ਕਰਨ ਫਿਰ ਜੋ ਕਰਨਾ ਹੈ। ਸਾਨੂੰ ਕਹਿ ਰਹੇ ਨੇ ਕਿ ਅਸੀਂ ਕੋਈ ਰੇਡ ਨਹੀਂ ਮਾਰਾਂਗੇ, ਰੇਡਾਂ ਫੇਰ ਪੈ ਰਹੀਆਂ ਨੇ। ਕਹਿ ਦਿੰਦੇ ਨੇ ਅਸੀਂ ਕੋਈ ਅਰੈਸਟ ਨਹੀਂ ਕਰਾਂਗੇ, ਅਰੈਸਟ ਫੇਰ ਕਰਨ ਨੂੰ ਤਿਆਰ ਨੇ। ਜੋ ਕਰਨਾ ਕਹਿ ਕੇ ਕਰਨ, ਫਿਰ ਇਹ ਕਹਿ ਕੇ ਕਰ ਲੈਣ, ਫਿਰ ਅਸੀਂ ਆਮਣੋ ਸਾਹਮਣੇ ਹੋ ਜਾਈਏ। ਸੋ ਬੀਜੇਪੀ ਦੀ ਜਿਹੜੀ ਚੰਡੀਗੜ੍ਹ ਪੁਲਿਸ ਹੈ ਨਾ, ਹੁਣ ਇਹ ਬੀਜੇਪੀ ਪੁਲਿਸ ਬਣ ਚੁੱਕੀ ਹੈ। ਅਸੀਂ ਅੱਜ ਇਹ ਜਿਹੜਾ ਹੋਇਆ ਕੱਲ 48 ਦੇ ਵਿੱਚ ਪ੍ਰੋਟੈਸਟ ਹੋਇਆ, ਉਹ ਸਾਡਾ 24ਵਾਂ ਪ੍ਰੋਟੈਸਟ ਹੈ। ਇਸ ਤੋਂ ਪਹਿਲਾਂ 23 ਵੱਡੇ ਪ੍ਰੋਟੈਸਟ ਹੋ ਚੁੱਕੇ ਹੈ, ਮਹਾ ਪੰਚਾਇਤ ਹੋ ਚੁੱਕੀ ਹੈ, ਅੱਜ ਤੱਕ ਇੱਕ ਵਾਇਲੈਂਸ ਨਹੀਂ ਹੋਈ ਹੈ। ਇਸੇ ਸੰਜੇ ਟੰਡਨ ਦੇ ਘਰ ਦੇ ਬਾਹਰ ਕਾਲੇ ਕਾਨੂੰਨ ਦੀ ਕਾਪੀਆਂ ਸਾੜੀਆਂ ਗਈਆਂ, ਉੱਥੇ ਨਹੀਂ ਕੁਝ ਹੋਇਆ ਹੈ ਤੇ ਹੁਣ ਕੱਲ ਕਿੱਥੋਂ ਹੋ ਗਿਆ? ਕੱਲ ਇਹਨਾਂ ਨੇ ਆਪਣੇ ਬੰਦੇ ਆਪ ਬਾੜੇ ਆ, ਸ਼ਰੇਆਮ ਉੱਥੇ ਪਤਾ ਲੱਗ ਰਿਹਾ। ਮੀਡੀਆ ਦੇ ਵਿੱਚ ਫੋਟੋਆਂ ਆ ਗਈਆਂ, ਉਹ ਬੰਦੇ ਅਰੈਸਟ ਨਹੀਂ ਕਰ ਰਹੇ, ਉਹਨਾਂ ਬੰਦੇ ਤੇ ਕੋਈ ਛਾਪੇਮਾਰੀ ਨਹੀਂ ਹੈ। ਸਾਡੇ ਮੁੰਡਿਆਂ ਨੂੰ ਜਾਣ ਕੇ ਤੰਗ ਕੀਤਾ ਜਾ ਰਿਹਾ। ਸੋ ਬਹੁਤ ਮਾੜੀ ਗੱਲ ਹੈ ਇਹ। ਜਿਹੜੇ ਆਹ ਸਾਰੀ ਹੀ ਐਕਟੀਵਿਟੀਜ਼ ਹੋ ਰਹੀਆਂ ਨੇ ਜੀ, ਆਹ ਸਿਰਫ ਤੇ ਸਿਰਫ ਇਨਸਾਨੀਅਤ ਵਾਸਤੇ, ਆਪਣੀ ਰੋਟੀ ਵਾਸਤੇ। ਉਹਦੇ ਵਿੱਚ ਸਾਰਾ ਪ੍ਰਸ਼ਾਸਨ ਵੀ ਆਂਦਾ ਹੈਗਾ, ਪੁਲਿਸ ਵਾਲੇ ਵੀ, ਹਰ ਇੱਕ ਵਿਅਕਤੀ ਉਹਦੇ ਵਿੱਚ ਆਂਦਾ ਹੈ ਜੀ। ਤੇ ਆਹ ਸਿਰਫ ਸਾਡੀ ਰੋਟੀ ਵਾਸਤੇ ਨੇ ਵੀ, ਜਿੰਨੇ ਇੱਥੇ ਬੰਦੇ ਖੜੇ ਨੇ, ਹਰ ਇੱਕ ਦੀ ਹੱਕਾਂ ਵਾਸਤੇ ਅਸੀਂ ਲੜ ਰਹੇ ਨੇ ਜੀ ਅੱਗੇ ਹੋ ਕੇ। ਤੇ ਸਾਡੇ ਨਾਲ ਪ੍ਰਸ਼ਾਸਨ ਵੀ ਧੱਕਾ ਕਰਦਾ ਹੈ। ਹੁਣ ਸਾਡੇ ਜਿੰਨੇ ਵੀ ਆਗੂ ਨੇ ਸ਼ਾਂਤਮਈ ਉਹਦਾ ਪ੍ਰੋਟੈਸਟ ਕਰਦੇ ਨੇ, ਝੰਡੇ ਦਿਖਾਉਂਦੇ ਨੇ, ਉਹਦੇ ਵਿੱਚ ਚਾਹੇ ਤੁਸੀਂ ਆਰਐਸਐਸ ਦੇ ਬੰਦੇ ਲਾ ਲਓ, ਚਾਹੇ ਭਾਜਪਾ ਦੇ ਬੰਦੇ ਲਾ ਲਓ, ਉਹ ਮਿਕਸਅਪ ਹੋ ਕੇ ਉਸ ਜੋ ਸ਼ਾਂਤਮਈ ਅੰਦੋਲਨ ਹੈ ਉਹਦਾ ਇੱਕ ਰੂਪ ਚੇਂਜ ਕਰ ਦਿੰਦੇ ਨੇ। ਹਾਂਜੀ, ਅਸੀਂ ਪ੍ਰੋਟੈਸਟ ਦੇ ਵਿੱਚ ਇਹ ਸ਼ਰਾਰਤੀ ਅਨਸਰ ਸੀ, ਜਿਹੜੇ ਸ਼ਰਾਰਤੀ ਅਨਸਰ ਵੀਰ ਜੀ ਪ੍ਰਤੀਕ ਦੀ ਬਾਰ-ਬਾਰ ਇੱਕ ਹੀ ਅਨਾਉਂਸਮੈਂਟ ਸੀ ਕਿ ਆਪਣੇ ਵਿੱਚ ਸ਼ਰਾਰਤੀ ਆ ਜਿਹੜੇ ਕਰਨਗੇ, ਸ਼ਰਾਰਤਾਂ ਕਰਨਗੇ। ਪਰ ਸਾਡੇ ਜਿੰਨੇ ਵੀ ਕਿਸਾਨ ਭਰਾ ਸੀ, ਬੱਚੇ ਹੀ, ਬਜ਼ੁਰਗ ਹੀ, ਕਿਸੇ ਨੇ ਵੀ ਪੱਥਰ ਨਹੀਂ ਮਾਰਿਆ, ਕਿਸੇ ਨੇ ਵੀ ਕੋਈ ਸ਼ੀਸ਼ਾ ਨਹੀਂ ਤੋੜਿਆ, ਕੁਝ ਨਹੀਂ ਕਰਿਆ। ਇਹਨਾਂ ਦੇ ਆਪੇ ਹੀ ਕਰਕੇ ਸਾਨੂੰ ਫਸਾਇਆ, ਉਲਟਾ ਫਸਾਇਆ। ਇੱਕ ਗੱਲ ਕਹਿੰਦੇ ਆ, ਸਾਰਾ ਦੇਸ਼ ਵੇਚ ਕੇ ਖਾਏਗਾ, ਚੰਡੀਗੜ੍ਹ ਵੀ ਵੇਚ ਕੇ ਖਾਏਗਾ, ਕੀਲਾ ਵੀ ਵੇਚ ਕੇ ਖਾਏਗਾ। ਉਹ ਬੰਦਾ ਕੌਣ ਆ ਜਿਹੜਾ ਗੌਰਮੈਂਟ ਬਣਾਉਣਗੇ, ਵੋਟਾਂ ਮਾਰੀਆਂ ਮਾਮਾ ਕਰਦੇ ਰਹੋਗੇ, ਫਿਰ ਮਾਰੇ ਨਿਆਣਿਆਂ ਨੂੰ ਅੰਦਰ ਠੋਕਾਂ? ਕੋਈ ਬਾਤ ਨਹੀਂ ਹੈ ਨਾ। ਚੰਗੀ ਬਾਤ ਕਰੋ, ਨਾਟਕ ਮਾਰੀ ਕੇ ਬਾਤ ਕਰੇ, ਫਿਰ ਹਮ ਦੱਸਦੇ ਆ ਉਹਨੂੰ ਪਤਾ ਕਿ ਦਿੱਲੀ ਲੁੱਟਣੀ ਆ ਨਾ, ਨੇਰੇ ਮਜਾ ਕੇ ਦਿੱਲੀ ਲੁੱਟ ਲਿਓ ਤੇ ਕੰਮ ਲੁੱਟ ਲਓਗੇ। ਇਹਨਾਂ ਦੇਸ਼ ਦਾ ਨਾਸ਼ ਕਰ ਦਿਆ। ਇੱਕ ਕੱਟੜ ਨੇ ਲਹੂ ਪੀ ਲਿਆ, ਕਿੰਨੇ ਲਹੂ ਪੀ ਲਿਆ। ਠੀਕ ਹੈ, ਹੁਣ ਹਮ ਸਾਰਾ ਕੋਈ ਨਹੀਂ ਛੱਡਦੇ ਆ। ਵੋਟਾਂ ਮੰਗਣ ਵੀ ਆ ਕੇ ਡੰਡਾ ਪਲੇਟ ਕਰੂੰਗੇ, ਮਾਰੇ ਬੱਚੇ ਨੂੰ ਅੰਦਰ ਠੋਕ ਕੇ ਫਿਰ ਬਾਹਰ ਕੱਢਦੇ ਆ। ਕੀ ਬਾਤ, ਮਾਰੇ ਬੱਚੇ ਗਏ ਹੋਏ ਆ, ਹੁਣ ਕਿ ਬੱਚੇ ਮਰ ਗਏ, ਉਹਨੂੰ ਨਹੀਂ ਪਤਾ ਦਿੱਲੀ में ਜਾ ਕੀ ਹੋਇਆ। ਮੈਨੂੰ ਮਾਣ ਆ ਕਿ ਮੈਂ ਇੱਕ ਕਿਸਾਨ ਦੀ ਧੀ ਆ ਤੇ ਸਾਨੂੰ ਮੋਦੀ ਸਰਕਾਰ ਨੇ ਇਹ ਘਟਿਆ ਜੇ ਕਾਲੇ ਕਾਨੂੰਨ ਲਿਆ ਕੇ ਸਾਨੂੰ ਇਕੱਠੇ ਕਰਤਾ ਸਾਰਿਆਂ ਨੂੰ। ਮੈਂ ਇੱਕ ਮੋਦੀ ਸਰਕਾਰ ਨੂੰ ਕਹਿੰਨੀ ਆ ਕਿ ਸਿਰਫ ਤੇ ਸਿਰਫ ਇੱਕ ਮੌਤ ਹੈ ਜਿਹੜਾ ਮੇਰਾ ਮੂੰਹ ਬੰਦ ਕਰ ਦੂਗੀ। ਵੈਸੇ ਇਹ ਸਰਕਾਰ ਦੀ ਹਿੰਮਤ ਨਹੀਂ ਮੇਰਾ ਮੂੰਹ ਬੰਦ ਕਰਨ ਦੀ। ਇਸ ਪ੍ਰੋਟੈਸਟ ਦੇ ਵਿੱਚ ਮੈਂ ਡਟੀ ਸੀ, ਡਟੀ ਹਾਂ ਤੇ ਡਟੀ ਰਹੂੰਗੀ। ਜਿੱਦਣ 48 ਦੇ ਵਿੱਚ ਮੋਟਰ ਮਾਰਕੀਟ ਦੇ ਵਿੱਚ ਮੈਨੂੰ ਮਤਲਬ ਅਸੀਂ ਸ਼ਾਂਤਪੂਰਵਕ ਸੀਗੇ ਬਿਲਕੁਲ, ਔਰ ਜੋ ਉੱਥੇ ਜ਼ਿਆਦਾ ਗੜਬੜ ਜਿਹੜੇ ਵੱਟੇ ਲੱਗੇ ਆ ਜਾਂ ਰੋੜੇ ਮਾਰੇ ਇੱਟਾਂ ਲੱਗੀਆਂ, ਉਹ ਆਰਐਸਐਸ ਦੇ ਦਲਾਲਾਂ ਨੇ ਲਾਈਆਂ ਨੇ। ਉਹਨਾਂ ਨੇ ਕਿਰਾਏ ਤੇ ਖਰੀਦਦੇ ਆ
ਆਪਦੀ ਪਬਲਿਸਿਟੀ ਲੈਣ ਦੀ, ਸੀਟਾਂ ਲੈਣ ਦੇ ਮਾਰੇ ਸਾਡੇ ਪ੍ਰੋਟੈਸਟ ਨੂੰ ਖਰਾਬ ਕਰ ਰਹੀ ਹੈ ਬੀਜੇਪੀ ਸਰਕਾਰ। ਔਰ 100% ਇਹ ਗੱਲ ਹੈਗੀ ਹੈ ਕਿ ਸਾਡੇ ਪ੍ਰੋਟੈਸਟ ਨੂੰ ਖਰਾਬ ਕਰਨ ਦੇ ਮਾਰੇ ਉੱਥੇ ਪੁਲਿਸ ਨੇ ਬਹੁਤ ਧੱਕਾ ਮੁੱਕੀ ਕੀਤਾ। ਮੇਅਰ ਦੀ ਗੱਡੀ ਨੇ ਹਿੱਟ ਕਰਕੇ ਮੈਨੂੰ ਥੱਲੇ ਸਿੱਟਿਆ। ਜੇ ਅੱਜ ਸੰਜੇ ਟੰਡਨ ਇਹ ਗੱਲ ਕਹਿੰਦੇ ਆ ਕਿ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਮੈਨੂੰ ਉੱਥੇ, ਤਾਂ ਮੈਂ ਵੀ ਕਹਿ ਸਕਦੀ ਹਾਂ ਕਿ ਉਹਨਾਂ ਦੀ ਗੱਡੀ ਨੇ ਮੈਨੂੰ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਆ। ਅਸੀਂ ਉਹਨਾਂ ਨੂੰ ਰੋਕ ਹੀ ਰਹੇ ਸੀ, ਅਸੀਂ ਉਹਨਾਂ ਨੂੰ ਕੋਈ ਮਾਰਨਾ ਨਹੀਂ, ਨਾ ਅਸੀਂ ਰੋਕਿਆ ਨਾ ਅਸੀਂ ਉਹਨਾਂ ਨੂੰ ਮਾਰਨਾ, ਕਿਉਂਕਿ ਜਾਨ ਲੈਣ ਦਾ ਹੱਕ ਸਿਰਫ ਉਸ ਪਰਮਾਤਮਾ ਨੂੰ ਆ, ਸਾਨੂੰ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ। ਜਿਹੜੇ ਰੋੜੇ ਵੱਜੇ ਆ ਉਹ ਸਾਡੇ ਵੀ ਤਾਂ ਵੱਜੇ ਆ। ਜੇ ਸਾਡੇ ਬੰਦਿਆਂ ਨੇ ਮਾਰੇ ਹੁੰਦੇ ਤਾਂ ਉਹ ਰੋੜੇ ਇਕੱਲੇ ਉਹਨਾਂ ਦੇ ਵੱਜਦੇ, ਸਾਡੇ ਲੋਕਾਂ ਦੇ ਵੀ ਰੋੜੇ ਵੱਜੇ ਆ। ਸੋ ਇਸ ਕਰਕੇ ਸਰਕਾਰ ਆਪਦੀਆਂ ਇਹਨਾਂ ਚਾਲਾਂ ਤੋਂ ਬਾਜ਼ ਆ ਜੇ, ਨਹੀਂ ਤਾਂ ਸਰਕਾਰ ਨੂੰ ਇਹਦੇ ਬੁਰੇ ਹਰਜਾਨੇ ਭੁਗਤਣੇ ਪੈਣਗੇ ਬੀਜੇਪੀ ਸਰਕਾਰ ਨੂੰ। ਦਵਿੰਦਰ ਸਿੰਘ ਐਡਵੋਕੇਟ ਇਹਨਾਂ ਸਭ ਸਾਥੀਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪ ਖੁਦ ਬੋਇਲ ਬੌਂਡ ਭਰ ਕੇ ਆਪਣਾ ਸਾਥ ਦਿੱਤਾ ਤੇ ਅੱਗੇ ਵੀ ਇਹਨਾਂ ਨੇ ਵਾਅਦਾ ਕੀਤਾ ਹੈ ਮੋਹਾਲੀ ਵਾਲੀ ਲੀਗਲ ਟੀਮ ਨੇ ਕਿ ਅਸੀਂ ਹਰ ਕੇਸ ਦੇ ਵਿੱਚ ਤੁਹਾਡੇ ਨਾਲ ਰਹਾਂਗੇ। ਪਰ ਅਸੀਂ ਜਿਤਾ ਦੇਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਕਿ ਤੁਸੀਂ ਆਪ ਦੇ ਪ੍ਰੋਗਰਾਮ ਰੱਖੇ ਹੋਏ ਨੇ, ਕਿਉਂਕਿ ਐਸਕੇਐਮ ਨੇ ਕਾਲ ਕੀਤੀ ਹੋਈ ਆ ਕਿ ਅਸੀਂ ਬੀਜੇਪੀ ਦਾ ਹਰ ਥਾਂ ਤੇ ਵਿਰੋਧ ਕਰਾਂਗੇ ਤੇ ਤੁਸੀਂ ਆਪ ਇਹ ਗੱਲ ਸਮਝ ਲਓ ਕਿ ਸੱਚ ਦੀ ਜਿੱਤ ਹੁੰਦੀ ਆ ਤੇ ਜਿਹੜਾ ਝੂਠ ਆ ਉਹ ਹਮੇਸ਼ਾ ਹਾਰਦਾ ਏ ਤੇ ਇਸ ਦਾ ਪ੍ਰਮਾਣ ਪ੍ਰਤੱਖ ਸਾਡੇ ਵੀਰ ਸਾਡੇ ਨਾਲ ਖੜੇ ਨੇ। ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। 11 ਪਾਠਾਂ ਦੇ ਭੋਗ ਪੈ ਚੁੱਕੇ। 12ਵੇਂ ਪਾਠ ਦਾ ਕੱਲ ਨੂੰ ਸਵੇਰੇ ਸਿੰਘ ਸ਼ਹੀਦਾਂ ਬਾਬਿਆਂ ਦੇ ਮੇਨ ਹਾਲ 'ਚ 9 ਵਜੇ ਭੋਗ ਸ਼ਲੋਕ ਸ਼ੁਰੂ ਹੋਣੇ ਆ, 9:30 ਪੌਣੇ 10 ਵਜੇ ਭੋਗ ਪੈਣਾ। ਵੀ ਉੱਥੇ ਵੱਧ ਤੋਂ ਵੱਧ ਸੰਗਤਾਂ ਪਹੁੰਚੇ ਕਰੋ। ਜਿੰਨੀਆਂ ਵੀ ਕਿਸਾਨਾਂ ਦੇ ਨਾਲ ਜੁੜੀ ਹੋਈਆਂ ਉਹ ਸਾਰੀਆਂ ਇੱਥੇ ਸਿੰਘ ਸ਼ਹੀਦਾਂ 15 ਦਿਨਾਂ ਬਾਅਦ ਭੋਗ ਪੈਂਦਾ। 11 ਪਾਠਾਂ ਦੇ ਪੈ ਚੁੱਕੇ, 12ਵੇਂ ਦਾ ਪੈਣਾ ਪਹੁੰਚਣ ਸਵੇਰ ਨੂੰ 20 ਤਰੀਕ ਨੂੰ। ਠੀਕ ਹੈ ਜੀ, ਥੈਂਕ ਯੂ। ਸੋ ਨੈਂਸੀ, ਦੇਖਿਆ ਤੁਸੀਂ ਕਿ ਕਿਸ ਤਰ੍ਹਾਂ ਮਤਲਬ ਕਿ ਕਿਸਾਨਾਂ ਦੇ ਉੱਤੇ ਵਿਚਾਰਿਆਂ ਦੇ ਦਿਲ ਦੇ ਉੱਤੇ ਬੀਤ ਰਹੀ ਹੈ। ਜੀ ਬਿਲਕੁਲ ਦੇਖਿਆ ਸੱਤੀ ਜੀ। ਔਰ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੇ ਅੰਦਰ ਰੋਸ ਹੈ, ਗੁੱਸਾ ਹੈ ਨਾ, ਤਾਂ ਉਹ ਕਿਤੇ ਨਾ ਕਿਤੇ ਜਾਇਜ਼ ਹੈ, ਕਿਉਂਕਿ ਉਹ ਚੀਜ਼ ਨੂੰ, ਉਸ ਟਰੌਮਾ ਨੂੰ, ਉਸ ਤਕਲੀਫ ਨੂੰ ਆਪਣੇ ਜ਼ਮੀਰ ਤੇ ਆਪਣੀ ਆਤਮਾ ਤੇ ਹੰਢਾ ਰਹੇ ਨੇ, ਨਾ ਕਿ ਸਿਰਫ ਸਰੀਰ ਤੇ ਜੀ। ਸੋ ਸਭ ਕੁਝ ਬਾਹਰ ਆਣਾ ਜਾਇਜ਼ ਹੈ। ਬਿਲਕੁਲ ਤੁਸੀਂ ਸਹੀ ਗੱਲ ਕਹੀ। ਤੇ ਮੈਂ ਹੁਣ ਇਸੇ ਤਰ੍ਹਾਂ ਚਾਹੁੰਦਾ ਕਿ ਜਿੰਨੇ ਵੀ ਸਾਡੇ ਇਸ ਟਾਈਮ ਆਡੀਅנס ਦੇਖ ਰਹੀ ਹੈ ਇਸ ਸ਼ੋਅ ਨੂੰ, ਹੈ ਨਾ, ਉਹਨਾਂ ਨੇ ਸਾਰਿਆਂ ਨੇ ਕਿਸਾਨਾਂ ਦੀਆਂ ਗੱਲਾਂ ਸੁਣੀਆਂ ਤੇ ਦੇਖੀਆਂ ਕਿ ਕਿਸ ਤਰ੍ਹਾਂ ਉਹਨਾਂ ਦੇ ਦਿਲ ਦੇ ਵਿੱਚ ਕੀ ਗੱਲਾਂ ਚੱਲ ਰਹੀਆਂ ਨੇ। ਤੇ ਮੈਂ ਚਾਹੁੰਦਾ ਆਪਾਂ ਘਰ ਬੈਠੇ ਹਾਂ ਤਾਂ ਘਰ ਬੈਠੇ ਵੀ ਆਪਾਂ ਇਹਨਾਂ ਕਿਸਾਨਾਂ ਦਾ ਹੌਸਲਾ ਵਧਾਈਏ ਤੇ #WeSupportFarmers ਲਿਖ ਕੇ ਕਮੈਂਟਾਂ ਦੇ ਵਿੱਚ ਜ਼ਰੂਰ ਇਹਨਾਂ ਕਿਸਾਨਾਂ ਦੀ ਸਪੋਰਟ ਕਰਕੇ ਹੌਸਲਾ ਵਧਾਈਏ, ਤਾਂ ਕਿ ਕਿਸਾਨਾਂ ਨੂੰ ਹੋਰ ਜਜ਼ਬਾ ਮਿਲੇ ਕਿ ਆਮ ਲੋਕ ਭਾਵੇਂ ਸਾਡੇ ਨਾਲ ਆ ਕੇ ਨਹੀਂ ਬੈਠ ਰਹੇ ਪਰ ਉਹ ਫਿਰ ਵੀ ਦਿਲ ਤੋਂ ਸਾਡੇ ਕਿਸਾਨਾਂ ਦੇ ਨਾਲ ਨੇ। ਜੀ ਬਿਲਕੁਲ ਸੱਤੀ ਜੀ। ਤੇ ਹੁਣ ਮੈਂ ਕਹਿੰਨੀ ਆ ਕਿ ਕਾਫੀ ਟਾਈਮ ਹੋ ਗਿਆ, ਆਪਾਂ ਲਈਏ ਇਜਾਜ਼ਤ। ਬਿਲਕੁਲ ਨੈਂਸੀ। ਸੋ ਕਿਵੇਂ ਦੀ ਲੱਗੀ ਅੱਜ ਦੀ ਇਹ ਵੀਡੀਓ, ਕਮੈਂਟਾਂ ਵਿੱਚ ਆਪਣੀ ਰਾਏ ਦੇਣਾ ਨਾ ਭੁੱਲਣਾ ਤੇ ਅਗਲਾ ਵਿਸ਼ਾ ਕਿਹੜਾ ਲੈ ਕੇ ਆਈਏ ਇਹ ਵੀ ਦੱਸਣਾ ਨਾ ਭੁੱਲਣਾ। ਸੋ ਮਿਲਾਂਗੇ ਗੱਲਾਂ ਚੋਂ ਗੱਲ ਦੇ ਅਗਲੇ ਐਪੀਸੋਡ ਦੇ ਵਿੱਚ ਤੇ ਕਰਾਂਗੇ ਹੋਰ ਗੱਲਾਂ ਬਾਤਾਂ। ਜਿਨ੍ਹਾਂ ਨੇ ਚੈਨਲ ਸਾਥ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ। ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ। ਦਿਓ ਆਗਿਆ। ਧੰਨਵਾਦ।